हाँ जी दोस्तों, स्वागत करते हैं ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਆਲ ਐਗਜ਼ਾਮ ਪੇਪਰ YouTube ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਤਾਂ ਅੱਜ ਦੀ ਇਸ ਵਾਲੀ ਵੀਡੀਓ ਵਿੱਚ ਲੈ ਕੇ ਆ ਚੁੱਕਿਆ ਜਮਾਤ 10ਵੀਂ ਵਾਲੇ ਵਿਦਿਆਰਥੀਆਂ ਦਾ ਪੰਜਾਬੀ ਏ ਵਿਸ਼ੇ ਦਾ ਪੇਪਰ, ਜੋ ਕਿ ਤੁਹਾਡਾ ਨਵੰਬਰ-ਦਸੰਬਰ 2023 ਐਗਜ਼ਾਮ ਬਾਇਓ ਮੰਥਲੀ ਐਗਜ਼ਾਮ ਉਸ ਦੇ ਵਿੱਚ ਹੋਣ ਜਾ ਰਿਹਾ ਹੈ। ਤੇ ਇਸ ਵਾਲੀ ਵੀਡੀਓ 'ਚ ਇਹ ਪੇਪਰ ਤੁਹਾਨੂੰ ਪੂਰਾ ਹੀ ਸੋਲਵਡ ਕਰਵਾਉਣ ਵਾਲੇ ਹਾਂ, ਤੇ ਵੀਡੀਓ ਨੂੰ ਐਂਡ ਤੱਕ ਵੇਖਦੇ ਰਹਿਣਾ। 20 ਨੰਬਰ ਦਾ ਪੇਪਰ ਹੈ, 40 ਮਿੰਟ ਦਾ ਸਮਾਂ ਮਿਲੇਗਾ ਪੇਪਰ ਨੂੰ ਸੋਲਵ ਕਰਨ ਦੇ ਲਈ। ਹੁਣ ਇਹ ਪੇਪਰ ਤੁਹਾਨੂੰ ਪੂਰਾ ਹੀ ਸੋਲਵ ਕਰਵਾ ਦਿੰਦੇ ਹਾਂ। और उस तो पहले दस दी, जेकर इस पेपर का PDF फाइल डाउनलोड करना है तो अपने टैलीग्राम चैनल तो डाउनलोड कर सकते हो। टैलीग्राम का लिंक तुहानू डिस्क्रिप्शन बॉक्स दिता गया है। पहला 7 प्रश्न हैं वस्तुनिष्ठ प्रश्न। तो पहला प्रश्न है, मिर्जा साहिबा कविता किस दी लिखी हुई है? ये कविता जो है पीलू दी लिखी हुई है। इसका आंसर आ जाऊगा पीलू। दूसरा प्रश्न है, वारिश शाह दी लिखी हुई किसी एक कविता का ना लिखो। इसका आंसर आ जाऊगा किसे दा आरंभ। किसे दा आरंभ यह आ जाऊगा दूसरे का आंसर। तीसरा प्रश्न है, जफरनामा एकांगी का लेखक कौन है? इसका लेखक है डॉक्टर हरचरण सिंह। डॉक्टर हरचरण सिंह। अगे के प्रश्न नंबर 4, श्री गुरु गोबिंद सिंह जी दे लिखे खत दा ना की सी? खत दा ना सी औरंगजेब। ठीक है, जफरनामा औरंगजेब नू लिखिया सी। एक होर नवां साल दे किन्ने कांड हैं? एक होर नवां साल दे जो हैं 3 कांड हैं। ਬੰਤੇ ਦੇ ਵਾਲ ਉਸ ਦੇ ਡੈਸ਼ ਨੇ ਕਟਵਾ ਦਿੱਤੇ ਸਨ। ਆਨਸਰ ਆ ਜਾਊਗਾ ਮਾਮੇ। ਬੰਤੇ ਦੇ ਵਾਲ ਉਸ ਦੇ ਮਾਮੇ ਨੇ ਕਟਵਾ ਦਿੱਤੇ ਸਨ। 7ਵਾਂ, ਸੱਸੀ ਦੇ ਦਿਲ ਵਿੱਚ ਇਸ਼ਕ ਦੀ ਤਪਸ਼ ਸੀ। ਇਸ ਦਾ ਆ ਜਾਊਗਾ सही। ठीक है, इस ताजू का सही। अगे आगे प्रश्न दूसरा, हेठ लिखे कावी टोटियां विचों किसी एक दी टोटियां दी प्रसंग सहित व्याख्या करो। तो पहला है, फड़िया पंद होई तद पादन टुट गई डोर पतंगो। इसका भी तुहानूं करवाउंदे हां प्रसंग सहित व्याख्या। दूसरा है, जां फिर तुसीं इह वाला कर सकदे हो, कोई नहा दींदा सूरमा ਜਿਹੜਾ ਮੈਨੂੰ हथ करे। इसका भी तुहानूं प्रसंग सहित व्याख्या करवाउंदे हां। पहला, फड़िया पंद होई तद पादन टुट गई डोर पतंगो। ठीक है, इसका प्रसंग है, ये कावी टोटा पंजाबी दी पुस्तक ਸਾਹਿਤਮਾਲਾ ਵਿੱਚ दर्ज हाशम शाह की रचना किस्सा सस्सी पुन्नू विचों लिया गया है। इस विच कवि ने सस्सी पुन्नू की प्रीत कहानी नूं बयान किया है। इन्हां सतरां विच कवि उस समय ਦਾ ਵਰਣਨ ਕਰਦਾ ਹੈ ਜਦੋਂ ਸੱਸੀ ਬਾਬਲ ਕਰ ਆਰਾਮ ਦਾ ਜੀਵਨ ਛੱਡ ਕੇ ਤਪਦੇ ਮਾਰੂਥਲ ਵਿੱਚ ਪੁੰਨੂ ਨੂੰ ਲੱਭਣ ਚੱਲ ਪੈਂਦੀ ਹੈ। ਇਸ ਦੀ ਵਿਆਖਿਆ ਹੈ, ਸੱਸੀ ਨੇ ਪੁੰਨੂ ਦੀ ਭਾਲ ਵਿੱਚ ਮਾਰੂਥਲ ਦੇ ਰਸਤੇ ਦੀ ਰਾਹੀ ਬਣ ਗਈ ਹੈ ਅਤੇ ਉਸ ਦੀ ਹਾਲਤ ਡੋਰ ਨਾਲੋਂ ਟੁੱਟ ਹੋਈ ਪਤੰਗ ਵਰਗੀ ਹੋ ਗਈ ਹੈ। ਜਿਸ ਸੱਸੀ ਨੇ ਪਿਤਾ ਕਦੇ ਪਲੰਗ ਤੋਂ ਪੈਰ ਹੇਠਾਂ ਨਹੀਂ ਧਰਿਆ ਸੀ, ਉਹ ਮਾਰੂਥਲ ਦੀ ਤਪਦੀ ਹੋਈ ਰੇਤ ਤੇ ਤੁਰਨ ਲਈ ਤਿਆਰ ਹੋ ਗਈ। ਉਸਨੇ ਆਪਣੇ ਦਿਲ ਵਿੱਚੋਂ ਡਰ ਕੱਢ ਦਿੱਤਾ ਅਤੇ ਇਸ ਤਰ੍ਹਾਂ ਚੱਲ ਪਈ ਜਿਵੇਂ ਸ਼ੇਰ ਜਾਂ ਚੀਤਾ ਜੰਗਲ ਵਿੱਚ ਬਿਨਾਂ ਡਰ ਪਾਓ ਤੋਂ ਚੱਲਦੇ ਹਨ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਜੇਕਰ ਇਸ ਰਸਤੇ 'ਤੇ ਸੱਸੀ ਦੀ ਮੌਤ ਵੀ ਹੋ ਗਈ ਤਾਂ ਉਹ ਵੀ ਵਿਛੋੜਾ ਦੇ ਦੁੱਖਾਂ ਤੋਂ ਇਸ ਤਰ੍ਹਾਂ ਮੁਕਤ ਹੋ ਜਾਵੇਗੀ ਜਿਵੇਂ ਕੋਈ ਅੰਗਰੇਜ਼ਾਂ ਦੀ ਕੈਦ ਵਿੱਚੋਂ ਮੁਕਤ ਹੋਇਆ ਹੋਵੇ। ਜਾਂ ਫਿਰ ਤੁਸੀਂ ਇਸ ਦੀ ਪ੍ਰਸੰਗ ਸਹਿਤ ਵਿਆਖਿਆ ਕਰ ਸਕਦੇ ਹੋ, ਕੋਈ ਨਾ ਦੀਂਦਾ ਸੁਰਮਾ ਜਿਹੜਾ ਮੈਨੂੰ ਹੱਥ ਕਰੇ। ਠੀਕ ਹੈ, ਇਸ ਦੀ ਪ੍ਰਸੰਗ ਪੜ੍ਹ ਸਕਦੇ ਹੋ ਔਰ ਇਸ ਦੀ ਵਿਆਖਿਆ ਪੜ੍ਹ ਸਕਦੇ ਹੋ। ਪੂਰਾ ਤੁਸੀਂ ਇਸ ਦਾ ਚੈੱਕ ਕਰ ਸਕਦੇ ਹੋ। ਇਸ ਦੀ ਪ੍ਰਸੰਗ ਹੈ ਔਰ ਇਸ ਦੀ ਵਿਆਖਿਆ ਹੈ। ਅੱਗੇ ਆ ਗਿਆ ਆਪਣੇ ਕੋਲ ਪ੍ਰਸ਼ਨ ਨੰਬਰ 3, ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ 3 ਪ੍ਰਸ਼ਨ ਕਰੋ। ਲਗਭਗ ਤੁਹਾਨੂੰ 5 ਪ੍ਰਸ਼ਨ ਦਿੱਤੇ ਗਏ ਹਨ, ਇਸ ਵਿੱਚੋਂ 3 ਪ੍ਰਸ਼ਨ ਕਰਨੇ ਹਨ। ਤਾਂ ਪਹਿਲਾ ਪ੍ਰਸ਼ਨ ਹੈ, ਬਾਬਾ ਬਾਲਕ ਸਿੰਘ ਦਾ ਬਾਬਾ ਰਾਮ ਸਿੰਘ ਨੇ ਕਿਹੜਾ ਪ੍ਰਭਾਵ ਕਬੂਲਿਆ? तो इसका आंसर देख लें जी।
हाँ जी, इसका आंसर है जी बाबा बालक सिंह हजरों ਵਿੱਚ ਰਹਿੰਦੇ ਸਨ ਤੇ ਬੜੀ ਉੱਚੀ ਆਤਮਿਕ ਅਵਸਥਾ ਦੇ ਮਾਲਕ ਸਨ। ਆਪ ਹਿੰਦੂ, ਮੁਸਲਮਾਨ ਤੇ ਸਿੱਖ ਸਭ ਨੂੰ ਸ਼ੁਭ ਆਚਰਨ, ਧਰਮ ਦੀ ਕਿਰਤ ਕਮਾਈ ਤੇ ਈਸ਼ਵਰ ਦੀ ਚਿੰਤਨ ਅਲਾ ਦੀ ਯਾਦ ਤੇ ਵਾਹਿਗੁਰੂ ਦੇ ਸਿਮਰਨ ਦਾ ਉਪਦੇਸ਼ ਦਿੰਦੇ ਸਨ। ਬਾਬਾ ਰਾਮ ਸਿੰਘ ਉੱਤੇ ਬਾਬਾ ਬਾਲਕ ਸਿੰਘ ਜੀ ਦੇ ਉਪਦੇਸ਼ਾਂ ਦਾ ਬੜਾ ਪ੍ਰਭਾਵ ਪਿਆ। ਆਪ ਪਹਿਲਾਂ ਨਾਲੋਂ ਵੀ ਵੱਧ ਤਤਪਰ ਹੋ ਕੇ ਵਾਹਿਗੁਰੂ ਦਾ ਭਜਨ ਕਰਨ ਲੱਗੇ। ਅੱਗੇ ਜੀ ਦੂਸਰਾ ਪ੍ਰਸ਼ਨ, ਬਾਬਾ ਰਾਮ ਸਿੰਘ ਦੀ ਚਲਾਈ ਨਾ ਮਿਲਵਰਤਨ ਲਹਿਰ ਦਾ ਵਰਣਨ ਕਰੋ। ਇਸ ਦਾ ਆਨਸਰ ਹੈ ਜੀ ਬਾਬਾ ਰਾਮ ਸਿੰਘ ਅੰਗਰੇਜ਼ਾਂ ਵਿਰੁੱਧ ਚਲਾਈ ਨਾ ਮਿਲਵਰਤਨ ਲਹਿਰ ਦੇ ਮੋਢੀ ਸਨ। ਉਹਨਾਂ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ ਹਦਾਇਤ ਦੇ ਕੇ ਅੰਗਰੇਜ਼ਾਂ ਦੇ ਡਾਕ, ਰੇਲ ਤੇ ਕਚਹਿਰੀਆਂ ਦੇ ਪ੍ਰਬੰਧ ਅਤੇ ਵਿਦੇਸ਼ੀ ਚੀਜ਼ਾਂ ਦਾ ਮੁਕੰਮਲ ਬਾਈਕਾਟ ਕਰਵਾਇਆ। ਉਹਨਾਂ ਨੇ 1860 ਈਸਵੀ ਦਾ ਆਸ-ਪਾਸ ਆਪਣਾ ਸੁਦੇਸ਼ੀ ਡਾਕ ਪ੍ਰਬੰਧ ਚਾਲੂ ਕਰ ਲਿਆ। ਉਹ ਆਪਣੇ ਝਗੜਿਆਂ ਲਈ ਕਚਹਿਰੀਆਂ ਵਿੱਚ ਜਾਣ ਦੀ ਥਾਂ ਪੰਚਾਇਤਾਂ ਵਿੱਚ ਹੀ ਮੁਕਾ ਲੈਂਦੇ ਸਨ। ਅੱਗੇ ਤੀਸਰਾ ਪ੍ਰਸ਼ਨ, ਅਨਾਮਿਕਾ ਤੋਂ ਕੀ ਭਾਵ ਹੈ? ਇਸ ਬਾਰੇ ਕਿਹੜੀ ਘਟਨਾ ਪ੍ਰਚਲਿਤ ਹੈ? ਇਸ ਦਾ ਉੱਤਰ ਆ ਜਾਊਗਾ ਅਨਾਮਿਕਾ ਤੋਂ ਭਾਵ ਕੋਈ ਨਾ ਥਾਂ ਨਹੀਂ, ਉਹ ਹੈ ਹੀ ਹੈ ਜੋ ਹੀ ਹੈ। ਇੱਕ ਵਿਦਵਾਨ ਸਮਾਲੋਚਕ ਦੱਸਦਾ ਹੈ ਕਿ ਜਦੋਂ ਕਵੀਆਂ ਦੀ ਗਿਣਤੀ ਕਰਨ ਲੱਗੇ ਤਾਂ ਪਹਿਲੀ ਉਂਗਲੀ ਚੀਚੀ ਤੇ ਕਾਲੀਦਾਸ ਦਾ ਨਾਂ ਗਿਣਿਆ, ਉਸ ਤੋਂ ਬਾਅਦ ਅਜਿਹਾ ਹੋਰ ਕੋਈ ਨਹੀਂ ਹੋਇਆ। ਇਸ ਲਈ ਅਗਲੀ ਉਂਗਲੀ ਲਈ ਅਨਾਮਿਕਾ ਦਾ ਨਾਮ ਸਾਰਥਕ ਹੋ ਗਿਆ, ਕਿਉਂਕਿ ਅੱਗੇ ਨਾਮ ਲੈਣ ਨੂੰ ਕਾਲੀਦਾਸ ਦੇ ਮੁਕਾਬਲੇ ਦਾ ਹੋਰ ਕੋਈ ਕਵੀ ਹੈ ਹੀ ਨਹੀਂ ਸੀ। ਠੀਕ ਹੈ, ਇਸ ਦਾ ਆਨਸਰ ਆ ਜਾਊਗਾ। ਅੱਗੇ ਪ੍ਰਸ਼ਨ ਆਪਣੇ ਕੋਲ 4 ਪੂਰਬ ਤੇ ਪੱਛਮ ਵਾਲੇ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਕਿਵੇਂ ਕਰਦੇ ਹਨ? ਇਸ ਦਾ ਆਨਸਰ ਆ ਜਾਊਗਾ ਪੂਰਬ ਦੇ ਲੋਕ ਕਾਲੀਦਾਸ ਦਾ ਨਾਮ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ ਤੇ ਕਾਲੀਦਾਸ ਦੇ ਮੁਕਾਬਲੇ ਦਾ ਕੋਈ ਹੋਰ ਕਵੀ ਨਹੀਂ ਮੰਨਦੇ। ਪੱਛਮ ਵਾਲੇ ਉਸ ਨੂੰ ਹਿੰਦੁਸਤਾਨ ਦਾ ਸ਼ੇਕਸਪੀਅਰ ਕਹਿੰਦੇ ਹਨ, ਕਿਉਂਕਿ ਉਹਨਾਂ ਕੋਲ ਸਭ ਤੋਂ ਚੰਗਾ ਕਵੀ ਸ਼ੇਕਸਪੀਅਰ ਹੈ। ਠੀਕ ਹੈ, ਸ਼ੇਕਸਪੀਅਰ ਹੈ। ਇਸ ਦਾ ਆਨਸਰ ਇਹ ਹੋ ਜਾਊਗਾ। ਅੱਗੇ ਪ੍ਰਸ਼ਨ ਆਪਣੇ ਕੋਲ 5 ਬੰਬ ਨੂੰ ਮਾਤਾ ਦੀਨ ਨਾਲ ਕਿਸ ਗੱਲ ਈਰਖਾ ਸੀ? ਠੀਕ ਹੈ, ਕਿਸ ਗੱਲ ਦੀ ਈਰਖਾ ਸੀ? ਇਸ ਦਾ ਆਨਸਰ ਦੇਖਦੇ ਹਾਂ। ਉੱਤਰ ਆ ਜਾਊਗਾ ਬੰਬ ਨੂੰ ਮਾਤਾ ਦੀਨ ਨਾਲ ਈਰਖਾ ਸੀ, ਕਿਉਂਕਿ ਉਹ ਉਸ ਦੇ ਰਾਤਬ ਵਿੱਚੋਂ ਚੋਰੀ ਕਰਦਾ ਸੀ ਤੇ ਉਸ ਤੋਂ ਉਸ ਦੇ ਹੱਕ ਖੋਹ ਰਿਹਾ ਸੀ। ਜਦੋਂ ਮਹਾਰਾਜਾ ਦੇ ਸ਼ਿਕਾਰ ਖੇਡਣ ਜਾਣ ਲਈ ਮਾਤਦੀਨ ਨੇ ਥੰਬ ਦੀ ਥਾਂ ਕਿਸੇ ਹੋਰ ਹਾਥੀ ਨੂੰ ਭੇਜ ਦਿੱਤਾ ਤਾਂ ਥੰਬ ਦਾ ਗੁੱਸਾ ਅਤੇ ਈਰਖਾ ਫੁੱਟ ਪਿਆ ਅਤੇ ਉਸ ਨੇ ਮਾਤਾਦੀਨ ਨੂੰ ਕੁਚਲ ਕੇ ਮਾਰ ਦਿੱਤਾ। ਠੀਕ ਹੈ, ਇਹ ਸੀ 5 ਪ੍ਰਸ਼ਨ। ਇਹਨਾਂ ਵਿੱਚੋਂ ਕੋਈ ਵੀ ਤੁਸੀਂ 3 ਪ੍ਰਸ਼ਨ ਕਰਨੇ ਹਨ ਤਾਂ ਤੁਹਾਨੂੰ 5 ਦੇ ਉੱਤਰ ਕਰਵਾ ਦਿੱਤੇ ਹਨ। ਇਹਨਾਂ ਵਿੱਚੋਂ ਕੋਈ ਵੀ ਤੁਸੀਂ 3 ਪ੍ਰਸ਼ਨ ਕਰ ਸਕਦੇ ਹੋ ਜੀ। ਅੱਗੇ ਪ੍ਰਸ਼ਨ 4 ਲਾਸਟ ਹੀ ਹੈ। ਕਿਸੇ ਇੱਕ ਪਾਠ ਦਾ ਸਾਰ ਲਿਖੋ। ਬੰਬ ਬਹਾਦਰ ਜਾਂ ਫਿਰ ਬਾਗੀ ਦੀ ਧੀ। ਠੀਕ ਹੈ, ਦੋਨਾਂ ਵਿੱਚ ਇੱਕ ਦਾ ਸਾਰ ਕਰਨਾ ਹੈ ਜੀ। ਇਸ ਦੇ ਵਿੱਚ ਤੁਹਾਨੂੰ ਬੰਬ ਬਹਾਦਰ ਜਾਂ ਕਹਾਣੀ ਹੈ ਉਸ ਦਾ ਸਾਰ ਕਰਵਾਉਂਦੇ ਹਾਂ। ਇਹ ਚੈੱਕ ਕਰ ਸਕਦੇ ਹੋ ਕਿ ਬੰਬ ਬਹਾਦਰ ਕਹਾਣੀ ਦਾ ਸਾਰ। ਠੀਕ ਹੈ, ਇਹ ਪੂਰਾ ਸਾਰ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਜਾਂ ਫਿਰ ਸਕਰੀਨਸ਼ਾਟ ਲੈ ਸਕਦੇ ਹੋ ਔਰ ਇਸ ਨੂੰ ਪੜ੍ਹ ਸਕਦੇ ਹੋ। ਠੀਕ ਹੈ, ਤਾਂ ਇਹ ਸੀ ਜਮਾਤ 10ਵੀਂ ਦਾ ਪੰਜਾਬੀ A ਵਿਸ਼ੇ ਦਾ ਪੇਪਰ। ਠੀਕ ਹੈ, ਪੂਰਾ ਹੀ ਸੋਲਵਡ ਪੇਪਰ ਤੁਹਾਨੂੰ ਕਰਵਾ ਦਿੱਤਾ ਹੈ।